ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਦਿੱਲੀ ਦੇ ਵਿੱਚ ਕਰੋਨਾ ਦੇ ਕੇਸ ਤਾਂ ਆ ਰਹੇ ਨੇ, ਪਰ ਜਿਹੜੇ ਹਸਪੀਟਲ ਦੇ ਵਿੱਚ ਡਾਕਟਰਾਂ ਨੂੰ ਆ ਰਹੇ ਨੇ, ਸਰ ਗੰਗਾ ਰਾਮ ਚ ਆਏ, ਏਮਸ ਦੇ ਵਿੱਚ ਆਏ। ਇਸ ਕਰਕੇ ਜ਼ਰੂਰੀ ਹੈ ਕਿ ਕੇਸ ਉਹਨਾਂ ਨੂੰ ਆਏ ਜਿਹੜੇ 2 ਡੋਜ਼ ਆਲਰੇਡੀ ਕਰੋਨਾ ਦੀ ਵੈਕਸੀਨ ਦੀ ਲਵਾ ਚੁੱਕੇ ਸੀ। ਤਾਂ ਲੋਕਾਂ 'ਚ ਕਈ ਸਵਾਲ ਵੀ ਉੱਠ ਰਹੇ ਨੇ, ਤਾਂ ਕੀ ਕਾਰਨ ਨੇ, ਗੱਲਬਾਤ ਕਰਾਂਗੇ। ਮੇਰੇ ਨਾਲ 2 ਸੀਨੀਅਰ ਡਾਕਟਰ ਏਮਸ ਦੇ ਤੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਪੂਰਵ ਪ੍ਰਧਾਨ ਮੌਜੂਦ ਨੇ। ਸਭ ਤੋਂ ਪਹਿਲਾਂ ਡਾਕਟਰ ਮੱਲੀ ਮੇਰੇ ਨਾਲ ਨੇ। ਸਾਹਿਬ, ਇਹ ਕਿਉਂ ਦੇਖ ਰਹੇ ਕਿ ਡਾਕਟਰਾਂ ਜਿਨ੍ਹਾਂ ਨੇ ਵੈਕਸੀਨ ਲਵਾਈ ਹੈ, ਦਿੱਲੀ ਵਿੱਚ ਇੰਨੇ ਕੇਸ ਇੱਕਦਮ ਕਿਤੇ 30 ਕਿਤੇ 35 ਉਹ ਕਿਉਂ ਆ ਰਹੇ ਨੇ? ਦੇਖੋ, ਜਿਹੜੀ बढ़ोतरी ਹੋਈ ਹੈ ਕੇਸਾਂ 'ਚ, ਜਿਹੜੇ ਹੁਣ ਤੁਸੀਂ ਵੇਖੋ 9000 ਦੇ ਕਰੀਬ ਤੱਕ ਪਹੁੰਚ ਚੁੱਕਾ ਹੈ। ਔਰ ਅੱਜ ਤੋਂ 1 ਮਹੀਨਾ ਪਹਿਲੇ ਵੇਖਿਆ ਜਾਏ ਤੇ ਸਾਰੀ 200-250 ਕੇਸਿਸ ਸੀ। ਤੋ ਇੱਕ ਤੇ ਸਭ ਤੋਂ ਪਹਿਲਾਂ ਲਾਪਰਵਾਹੀ, ਸਾਡੇ ਸਾਰਿਆਂ ਦੀ ਇੱਕ ਲਾਪਰਵਾਹੀ ਹੈ। ਜੋ ਕੋਵਿਡ ਪ੍ਰੋਟੋਕੋਲ ਸੀ ਉਹਨੂੰ ਬ੍ਰੇਕ ਕੀਤਾ ਹੋਇਆ। ਤੁਸੀਂ ਹਜੇ ਵੀ ਆਊਟਰ ਸਰਕਲ ਪੂਰਾ ਦੇਖੋਗੇ ਨਾ ਜਾ ਕੇ, ਕਿਸੇ ਨੇ ਮਾਸਕ ਨਹੀਂ ਪਾਇਆ ਹੋਏਗਾ। ਦੂਸਰੀ, ਜੋ ਸਮਾਜਿਕ ਦੂਰੀ ਲੋਕ ਬਾਰ-ਬਾਰ ਕਹਿ ਰਹੇ ਨੇ, ਸਮਾਜਿਕ ਦੂਰੀ ਜਿਹੜੀ ਚਾਹੀਦੀ 2 ਗਜ ਦੀ ਦੂਰੀ ਹੈ, ਜੋ ਬਹੁਤ ਜ਼ਰੂਰੀ ਹੈ, ਉਹ ਕੋਈ ਫੋਲੋ ਨਹੀਂ ਕਰ ਰਿਹਾ। ਇਸ ਕਰਕੇ ਸਾਡੇ ਕੇਸਿਸ ਸਾਰੇ ਵੱਧ ਚੁੱਕੇ ਨੇ। ਔਰ ਦੂਸਰੀ ਗੱਲ ਕਿ ਤੁਸੀਂ ਕਿਹਾ ਕਿ ਆਪਣਾ ਜੋ ਵੈਕਸੀਨ ਲੱਗੀ ਹੈ, ਵੈਕਸੀਨ ਲੱਗਣ ਤੋਂ ਬਾਅਦ ਵੀ ਪੋਜ਼ਿਟਿਵ ਆ ਰਹੇ ਨੇ। ਦੇਖੋ, ਜਦੋਂ ਵੈਕਸੀਨ 2 ਡੋਜ਼ ਲੱਗ ਜਾਂਦੀਆਂ ਨਾ, ਕੁਛ ਪਰਸਨ ਵਿੱਚ ਜਾ ਕੇ ਜਦੋਂ ਸਿੰਪਟਮਸ ਆਉਣੇ ਲਾਜ਼ਮੀ ਨੇ। ਉਹਦੇ ਵਿੱਚ ਬਿਲਕੁਲ ਮਾਈਲਡ ਸਿੰਪਟਮਸ ਆਉਂਦੇ ਨੇ, ਜਿਹਦੇ ਵਿੱਚ ਸਿਰਫ ਇੱਕ ਥੋੜ੍ਹਾ ਜਿਹਾ ਫੀਵਰ ਆ ਜਾਂਦਾ, ਥੋੜ੍ਹੀ ਜਿਹੀ ਮਾਈਲਡਸ ਹੋ ਜਾਂਦੇ, ਥੋੜ੍ਹੇ ਥਕਾਵਟ ਮਹਿਸੂਸ ਹੋ ਜਾਂਦੀ ਹੈ, ਥੋੜ੍ਹੇ ਜੋੜਾਂ 'ਚ ਦਰਦ ਹੋ ਜਾਂਦੀ, ਥੋੜ੍ਹਾ ਹੈਡੇਕ ਹੁੰਦਾ। ਇਹ ਥੋੜ੍ਹੇ ਸਿੰਪਟਮ ਨੇ, ਇਹ ਕੋਈ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਸਿੰਪਟਮਸ ਨਹੀਂ ਹੈ। ਬਟ ਹਾਂ, ਸਿਵੈਰਿਟੀ ਵਾਲੇ ਸਿੰਪਟਮ, ਜਿਸ 'ਚ ਸਾਹ ਲੈਣਾ ਬੜਾ ਔਖਾ ਹੋ ਜਾਂਦਾ, ਵੈਂਟੀਲੇਟਰ 'ਤੇ ਪਹੁੰਚ ਜਾਂਦਾ ਪੇਸ਼ੈਂਟ, ਉਹ ਤੋਂ ਬਚਾਅ ਹੋ ਗਿਆ। ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਕਹਿਣਾ ਚਾਹੁੰਦਾ ਕਿ ਸਾਰੇ ਵੈਕਸੀਨੇਸ਼ਨ ਜਿਨ੍ਹਾਂ ਨੂੰ ਮੈਸੇਜ ਆ ਰਿਹਾ ਉਹ ਆਪਣਾ ਜਾ ਕੇ ਵੈਕਸੀਨੇਟ ਕਰਾਉਣ। ਡਾਕਟਰ ਅਮਨਦੀਪ, ਇਹ ਲੋਕੀ ਕਹਿ ਰਹੇ ਨੇ ਕਿ ਲੋਕੀ ਸਰਕਾਰਾਂ ਵੀ ਕਹਿ ਰਹੀ ਕਿ ਕਿਸੇ ਦੀ 70% ਐਫੀਸ਼ੀਐਂਸੀ ਹੈ ਵੈਕਸੀਨ ਦੀ, ਕਿਸੇ ਦੀ 75, ਕਿਸੇ ਦੀ 80, ਤੇ ਬਾਕੀ ਜਿਹੜਾ 20 ਜਾਂ 30% ਰਹਿ ਗਿਆ, ਉਹ ਕਿਆ ਉਹਨਾਂ ਨੂੰ ਬਿਲਕੁਲ ਐਂਟੀਬਾਡੀ ਨਹੀਂ ਬਣਨਗੇ ਜਾਂ ਕੁਝ ਬਣੇਗਾ ਵੀ ਉਹਨਾਂ ਨੂੰ? ਦੇਖੋ, ਐਫੀਕੇਸੀ ਦਾ ਮਤਲਬ ਇਹ ਹੁੰਦਾ ਆ ਕਿ ਕਿੰਨੇ % ਐਂਟੀਬੋਡੀਜ਼ ਬਣਨਗੇ ਔਰ ਸੀਵੀਅਰਿਟੀ ਨੂੰ ਕਿੰਨਾ ਰੋਕਣਗੇ। ਵੈਕਸੀਨਸ ਜਿਹੜੀਆਂ ਰਹਿੰਦੀਆਂ ਨੇ ਨਾਰਮਲੀ ਵੀ, ਜਿੰਨੀ ਵੈਕਸੀਨਸ ਅਸੀਂ ਦੇਖਦੇ ਹਾਂ, ਚਾਹੇ ਉਹ ਇਨਫਲੂਐਂਜ਼ਾ ਵੈਕਸੀਨਸ ਜਾਂ ਜਿਹੜੀਆਂ ਆ, ਉਹਨਾਂ ਦੀ ਮੈਕਸਿਮਮ ਐਫੀਕੇਸੀ 40% 50% ਮੈਕਸਿਮਮ। ਤੇ FDA ਨੇ ਜਿਹੜੀ ਕੋਵਿਡ ਵੈਕਸੀਨਸ ਦੀ ਗਾਈਡਲਾਈਨ ਰੱਖੀ ਹੋਈ, ਰੱਖਿਆ ਕਿ ਵੀ ਐਟਲੀਸਟ 50% ਤੋਂ ਅਬਵ ਜੇ ਹੋਊਗੀ ਵੈਕਸੀਨੇਸ਼ਨ ਐਫੀਕੇਸੀ, ਤਾਂ ਹੀ ਅਸੀਂ ਉਹਨਾਂ ਨੂੰ ਮਾਨਤਾ ਪ੍ਰਾਪਤ ਦੇਵਾਂਗੇ। ਤੇ ਜਿੰਨੀਆਂ ਵੈਕਸੀਨ ਸਾਡੇ ਕੋਲ ਆ ਰਹੀਆਂ ਆ ਉਹ 80% ਦੇ ਲਗਭਗ ਹੈ। ਜਰੂਰ ਤੁਸੀਂ ਗੱਲ ਕੀਤੀ ਹੈ ਵੀ ਜੇ 20% ਬਚਣਗੇ, ਤਾਂ ਦੇਖੋ ਜੇ ਸਾਡੇ ਕੋਲ ਕੁਝ ਹੈ ਤੇ ਜੇ ਕੁਝ ਹੈ ਨਹੀਂ ਤਾਂ ਬਹੁਤਾ ਫਰਕ ਹੈ ਨਾ। ਸਾਡੇ ਕੋਲ, ਅਸੀਂ ਅਗਰ ਦੇਖਿਆ ਜਾਏ ਤਾਂ ਵਾਟ ਇਜ਼ ਦਾ ਅਦਰ ਆਪਸ਼ਨ, ਸਾਡੇ ਕੋਲ ਕੋਈ ਆਪਸ਼ਨ ਹੀ ਹੈ ਨਹੀਂ ਹੋਰ ਵੀ ਵੈਕਸੀਨੇਸ਼ਨ ਤੋਂ ਇਲਾਵਾ। ਜੇ ਤੁਸੀਂ ਕਹਿ ਦੋ ਕਿ ਸਾਡੇ ਕੋਲ ਜੀ ਆਹ ਦਵਾਈ ਆ ਗਈ ਜੀ, ਇਹਦੇ ਨਾਲ ਕਰੋਨਾ ਬਿਲਕੁਲ ਖਤਮ ਹੋ ਜਾਊਗਾ ਜੀ, ਹੈ ਨਹੀਂ ਗੀ। ਪਰ ਜੇ 80% ਐਫੀਕੇਸੀ, ਮਤਲਬ ਬਹੁਤ ਜ਼ਿਆਦਾ ਐਫੀਕੇਸੀ ਆ, 20% ਦੇ ਵਿੱਚ ਤਾਂ ਉਹਨਾਂ ਨੂੰ ਆ ਵੀ ਜਿਨ੍ਹਾਂ ਨੂੰ ਇਨਫੈਕਸ਼ਨ ਹੋ ਕੇ ਸੀਵੀਅਰਿਟੀ ਹੋਣਗੀ ਨਹੀਂ ਹੋਣਗੀ ਉਹ ਡਿਪੈਂਡ ਕਰਦਾ। ਲੇਕਿਨ 80% ਤਾਂ ਸਾਡੇ ਕੋਲ ਡਾਟਾ ਹੈਗਾ ਕਿ ਹਾਂਜੀ ਇਹਨਾਂ ਨੂੰ ਤਾਂ ਘੱਟ ਹੋਣਗੀਆਂ। ਇਹਨਾਂ ਤੋਂ 80% ਸਾਡੇ ਅਗਰ ਇੰਡੀਆ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੈਟਰ ਕਰਦੀ ਹੈ ਬਹੁਤ ਜ਼ਿਆਦਾ। ਤਾਂ ਉਹ ਬਹੁਤ ਜ਼ਰੂਰੀ ਚੀਜ਼ ਆ ਵੈਕਸੀਨੇਸ਼ਨ। ਤਾਂ ਹੀ ਕਰਕੇ ਭਾਜੀ ਜੀ ਨੂੰ ਦੱਸਿਆ ਹੈ ਕਿ ਵੈਕਸੀਨੇਸ਼ਨ ਲਵਾਉਣਾ ਬਹੁਤ ਜ਼ਰੂਰੀ ਆ। ਮੇਨਲੀ ਜੈਨੇਟਿਕ ਪੋਪੂਲੇਸ਼ਨ, ਹੈਲਥ ਕੇਅਰ ਵਰਕਰ, ਇਹਨਾਂ ਦੀ ਜਿਹੜਾ ਉਹ ਇਸ ਸਮੇਂ ਗਵਰਨਮੈਂਟ ਨੇ ਜਿਹੜਾ ਅਲਾਉ ਕੀਤਾ ਹੋਇਆ, ਇਹ ਜਦੋਂ ਕਵਰ ਹੋਣਗੇ ਪੂਰੇ, ਤਾਂ ਫਿਰ ਸੋਚਿਆ ਜਾਊਗਾ ਕਿ ਵੀ ਨੈਕਸਟ ਪੋਪੂਲੇਸ਼ਨ ਨੂੰ ਲਵਾਇਆ ਜਾਵੇ। ਕਿੰਨੇ ਦਿਨ ਤੱਕ ਕੋਈ ਟੈਨਸ਼ਨ ਨਹੀਂ ਫਿਰ ਲਵਾਉਣ ਤੋਂ ਬਾਅਦ? ਕਿੰਨੇ ਦਿਨ ਤੱਕ ਬੰਦਾ ਫ੍ਰੀ ਰਵੇ ਮਾਈਂਡ ਕਿ ਹੁਣ ਮੈਨੂੰ ਐਂਟੀਬਾਡੀ? ਇਹ ਬਹੁਤ ਸਹੀ ਸਵਾਲ ਕੀਤਾ ਤੁਸੀਂ ਵੀ ਕਿੰਨੇ ਦਿਨਾਂ ਤੱਕ ਬੰਦਾ ਵੀ ਦੁਬਾਰਾ ਕਦੋਂ ਲਵਾਉਣੀ ਹੈ, ਕੋਈ ਬੂਸਟਰ ਡੋਜ਼ ਲਵਾਉਣੀ ਆ, ਇਹਦੇ ਉੱਤੇ ਹਜੇ ਕੋਈ ਡੇਟਾ ਨਹੀਂ। ਜਿਹੜਾ ਮੈਕਸਿਮਮ ਫੋਲੋਅਪ ਜਿਹੜਾ ਅੱਜ ਤੱਕ ਕਿਸੇ ਸਟੱਡੀ ਦੇ ਵਿੱਚ ਹੋਇਆ ਆ, ਉਹ ਹੋਇਆ ਹੈ ਕਿ ਬਈ 3 to 6 months। ਵੀ 6 months ਤਾਂ ਕਹਿੰਦੇ ਕਿ ਐਂਟੀਬਾਡੀਜ਼ ਰਹਿੰਦੀ ਆ, ਵੀ ਇੱਕ ਕੰਪਨੀ ਨੇ ਕੀਤਾ ਹੈ। ਬਾਕੀ ਮੈਕਸਿਮਮ ਜਿਹੜੀ ਕੰਪਨੀਜ਼ ਉਹ ਕਹਿ ਰਹੀਆਂ ਵੀ 3 months to 4 months ਐਂਟੀਬਾਡੀਜ਼। ਉਹਦੇ ਬਾਅਦ ਕੀ ਬੂਸਟਰ ਲਵਾਉਣਾ ਹੈ ਨਹੀਂ ਲਵਾਉਣਾ, ਉਹਦੇ ਉੱਤੇ ਹਜੇ ਰਿਸਰਚ ਜਾਰੀ ਹੈ। ਇਹੀ ਇੱਕ ਸਵਾਲ ਸਾਰੇ ਕਹਿੰਦੇ ਕਿ ਪਹਿਲਾਂ ਕਹਿੰਦੇ ਕਿ ਸਾਡੀ ਬੋਡੀ ਪਛਾਣ ਨਹੀਂ ਪਾਉਂਦੀ ਵਾਇਰਸ ਨੂੰ, ਵੈਕਸੀਨ ਲਵਾ ਕੇ ਪਛਾਣਨਾ ਸ਼ੁਰੂ ਕਰ ਦਿੰਦੀ। ਤੇ ਇੱਕ ਵਾਰੀ ਪਛਾਣਨਾ ਸ਼ੁਰੂ ਕਰਤਾ, ਉਹ ਤਾਂ ਫਿਰ ਪੂਰੀ ਉਮਰ ਵਾਸਤੇ ਪਛਾਣਨਾ ਸ਼ੁਰੂ ਨਹੀਂ ਕਰ ਸਕਦੇ। ਨਹੀਂ, ਤਾਂ ਐਂਟੀਬਾਡੀਜ਼ ਤਾਂ ਬਣ ਗਈ ਨਾ ਉਹਦੇ ਲਈ। ਹਾਂ, ਲੇਕਿਨ ਉਹਦਾ ਐਂਟੀਬਾਡੀਜ਼ ਡਿਵੈਲਪ ਹੋ ਗਈਆਂ, ਉਹਦਾ ਵੇਰੀਐਂਟਸ ਡਿਵੈਲਪ ਹੋ ਜਾਂਦੇ। ਚੱਕਰ ਇਹ ਹੈ ਨਾ ਵੀ ਜਿੱਦਾਂ ਤੁਸੀਂ ਅੱਜ ਤੁਹਾਨੂੰ ਪਛਾਣ ਲਿਆ, ਵੀ ਥੋੜੇ ਦਿਨਾਂ ਬਾਅਦ ਵੇਰੀਐਂਟ ਨਵਾਂ ਆ ਜਾਊਗਾ ਜੀ। ਵੀ ਇਨਫਲੂਐਂਜ਼ਾ ਦੇ ਜਿੱਦਾਂ H1N1 ਆਉਂਦਾ, H5N1, H2N2, ਬਈ ਕਈ ਆਉਂਦੇ ਰਹਿੰਦੇ ਆ। ਤਾਂ ਵਾਇਰਸ ਜਿਹੜਾ ਇਹ, ਕਿਉਂਕਿ ਕੋਵਿਡ ਜਿਹੜਾ RNA ਵਾਇਰਸ ਆ, ਜਿੱਦਾਂ ਹੈਪੇਟਾਈਟਿਸ B ਦਾ ਟੀਕਾ ਆ, ਉਹ DNA ਵਾਇਰਸ ਹੁੰਦਾ ਆ ਹੈਪੇਟਾਈਟਿਸ B ਵਾਲਾ। ਉਹਦਾ ਅਸੀਂ ਇੱਕ 0-6 ਤੇ 1 ਤੇ 6 ਲਵਾਉਂਦੇ ਆ ਤੇ ਸਾਡੀ ਐਂਟੀਬਾਡੀਜ਼ ਲਾਈਫ ਲੌਂਗ ਬਣੀ ਰਹਿੰਦੀ ਆ। ਹੋਰ ਵੀ ਜਿੱਦਾਂ ਦੇ ਵਾਇਰਸ ਆ, ਲੇਕਿਨ ਇਹ ਜਿਹੜਾ RNA ਵਾਇਰਸ ਆ, ਇਹਦਾ ਮਿਊਟੇਸ਼ਨ ਬਹੁਤ ਫਾਸਟ ਹੁੰਦਾ ਆ। ਤੇ ਜੇ ਵੈਕਸੀਨ ਲਵਾ ਵੀ ਦੇਵਾਂਗੇ ਤਾਂ ਕਿੰਨੇ ਦਿਨਾਂ ਤੱਕ ਉਹ ਰਹੂਗੀ, ਉਹ ਹਜੇ ਕੁਝ ਕਿਹਾ ਨਹੀਂ ਜਾ ਸਕਦਾ। ਇੱਕ ਗੱਲ ਹੋਰ ਦੱਸੋ ਕਿ ਜਦੋਂ ਪਿਛਲੀ ਵਾਰ ਕਰੋਨਾ ਆਇਆ, ਇੱਕਦਮ ਵਧਿਆ, ਆਪਾਂ ਦੇਖਿਆ ਕਿ ਜੂਨ ਦੇ ਵਿੱਚ ਘਟਣਾ ਸ਼ੁਰੂ ਹੋ ਗਿਆ, ਜੂਨ ਜੁਲਾਈ ਦੇ ਵਿੱਚ, ਫਿਰ ਨਵੰਬਰ ਦੇ ਕਰੀਬ ਫਿਰ ਵਧਿਆ, ਫਿਰ ਘਟਣਾ ਸ਼ੁਰੂ ਹੋ ਗਿਆ। ਇਹ ਆਪਣੇ ਆਪ ਘਟਦਾ ਹੈ ਜਾਂ ਕੋਈ
ਵੇਵ ਦਾ ਕੀ ਹਿਸਾਬ ਹੁੰਦਾ ਹੈ? ਆਪਣੇ ਆਪ ਘਟ ਜਾਂਦਾ ਜਾਂ ਲੋਕਾਂ ਦੀ ਵਜ੍ਹਾ ਨਾਲ ਘਟਦਾ, ਕੀ ਹੁੰਦਾ? ਦੇਖੋ ਇਸ ਵਾਇਰਸ ਦੀ 1 ਮਹੀਨੇ ਵਿੱਚ 2 ਜਾਂ 3 ਮਿਊਟੇਸ਼ਨਸ ਹੋਣੀਆਂ ਲਾਜ਼ਮੀ ਨੇ, ਤੇ ਉਸੇ ਕਾਰਨ ਹੀ ਜਦੋਂ ਮਿਊਟੇਸ਼ਨਸ ਹੋ ਜਾਂਦੀਆਂ ਨੇ ਤਾਂ ਉਹਦੇ ਕਾਰਨ ਜਦੋਂ ਪ੍ਰਭਾਵ ਪੈਂਦਾ ਹੈ ਉਸ ਇੱਕ ਇਟ ਇਜ਼ ਅ ਬੇਸਿਕਲੀ ਵਾਇਰਸ ਦਾ ਜਦੋਂ ਸਪੋਜ਼ ਕਰੋ ਪਹਿਲੀ ਵੇਵ ਆਈ ਉਦੋਂ ਐਂਟੀਬੋਡੀਜ਼ ਡਿਵੈਲਪ ਹੋ ਜਾਂਦੀਆਂ ਬੋਡੀ ਵਿੱਚ, ਤਾਂ ਜਦੋਂ ਐਂਟੀਬੋਡੀ ਡਿਵੈਲਪ ਹੋ ਜਾਂਦੀ ਹੈ ਸੁਰੱਖਿਆ ਪ੍ਰਣਾਲੀ ਮੌਜੂਦ ਹੋ ਜਾਂਦੀ ਹੈ ਤੇ ਫਿਰ ਜਾ ਕੇ ਥੋੜ੍ਹਾ ਜਿਹਾ ਪ੍ਰਭਾਵ ਘਟ ਜਾਂਦਾ ਹੈ। ਫਿਰ ਇੱਕ ਟਾਈਮ ਐਸਾ ਆਉਂਦਾ ਕਿ ਜਦੋਂ ਮਿਊਟੇਸ਼ਨ ਫਿਰ ਉਸ ਵਾਇਰਸ ਦੇ ਅਗੇਂਸਟ ਫਿਰ ਹੋ ਗਈ, ਫਿਰ ਉਹ ਤੁਹਾਡੀ ਉਹਨੂੰ ਕਹਿੰਦੇ ਆ ਕਿ ਵੇਵ, ਇਹਨੂੰ ਵੇਵ ਆਏਗੀ ਦੁਬਾਰਾ ਉਸ ਟਾਈਮ ਤੇ ਫਿਰ ਲੋਕਾਂ ਨੂੰ ਪ੍ਰੋਬਲਮ ਆਉਣੀ ਸਟਾਰਟ ਹੋ ਜਾਂਦੀ, ਜੈਸੇ ਫੀਵਰ। ਵੇਵ ਰੁਕੇਗੀ ਕਦੋਂ? ਫਿਰ ਇਹ ਤਾਂ ਚੱਲਦਾ ਹੀ ਰਹੇਗਾ ਕੰਮ, ਕਦੇ ਡਾਊਨ ਫਿਰ ਅਪ। ਉਹਦਾ ਇੱਕੋ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਕਾਰਨ ਇੱਕੋ ਹੀ ਹੈ। ਪਹਿਲੇ 3 ਚੀਜ਼ਾਂ ਦੱਸੀਆਂ ਜਾ ਰਹੀਆਂ ਹੈ ਕਿ ਮਾਸਕ ਪਾਉਣਾ ਜ਼ਰੂਰੀ ਹੈ, ਦੂਸਰਾ ਹੈਂਡ ਵਾਸ਼ਿੰਗ ਜ਼ਰੂਰੀ ਹੈ, ਤੀਜਾ ਸਮਾਜਿਕ ਦੂਰੀ ਜ਼ਰੂਰੀ ਹੈ, ਹੁਣ ਚੌਥਾ ਹੈ ਵੈਕਸੀਨੇਸ਼ਨ। ਜਦ ਤੱਕ ਆਪਾਂ 60 ਤੋਂ 70% ਲੋਕਾਂ ਨੂੰ ਆਪਾਂ ਵੈਕਸੀਨੇਟ ਨਹੀਂ ਕਰ ਪਾਉਂਦੇ, ਉਹਦੇ ਨਾਲ ਹਰਡ ਇਮਿਊਨਿਟੀ ਡਿਵੈਲਪ ਹੋ ਜਾਂਦੀ ਹੈ। ਹਰਡ ਇਮਿਊਨਿਟੀ ਡਿਵੈਲਪ ਹੋ ਜਾਏਗੀ, ਫਿਰ ਤੁਸੀਂ ਕਹਿ ਸਕਦੇ ਹੋ ਕਿ ਇਹ ਵੇਵਸ ਜਿਹੜੀਆਂ ਆ ਰਹੀਆਂ ਇਹ ਰੁਕਣੀਆਂ ਬੰਦ ਹੋ ਜਾਣਗੀਆਂ। ਮੇਰਾ ਆਖਰੀ ਸਵਾਲ ਰਹੇਗਾ, ਲੋਕਾਂ ਦੇ ਵਿੱਚ ਇਹੀ ਚਰਚਾ ਚੱਲ ਰਹੀ ਹੈ ਕਿ ਡਾਕਟਰਾਂ ਨੂੰ ਹੋ ਗਿਆ ਤਾਂ ਆਮ ਬੰਦੇ ਨੂੰ ਹੋ ਜਾਏਗਾ, ਡਾਕਟਰਾਂ ਨੂੰ ਕਿਉਂ ਹੋ ਰਿਹਾ ਹੈ? ਇਹ ਗਲਤ ਭਰਮ ਹੈ। ਦੇਖੋ ਜਦੋਂ ਕੋਈ ਇੱਕ ਐਂਟੀਜਨ ਬੋਡੀ ਵਿੱਚ ਜਾਂਦਾ ਹੈ, ਥੋੜੀ ਜਿਹੀ ਹਲਚਲ ਕਰਦਾ ਹੈ ਕਿਉਂਕਿ ਐਂਟੀਜਨ ਐਂਟੀਬੋਡੀ ਰਿਐਕਸ਼ਨ ਹੁੰਦੀ ਹੈ, ਉਹਦੇ ਤੋਂ ਬਾਅਦ ਫਿਰ ਐਂਟੀਬੋਡੀਜ਼ ਅੱਛੀ ਤਰ੍ਹਾਂ ਬਣ ਜਾਂਦੀਆਂ ਨੇ। ਬਹੁਤ ਹੀ ਮਾਈਲਡ ਸਿੰਪਟਮਸ ਆਏ ਨੇ, ਜਿਹੜੇ ਡਾਕਟਰਸ ਵੀ ਪ੍ਰਭਾਵਿਤ ਹੋਏ ਨੇ। ਇਹ ਨੋਰਮਲ ਹੈ, ਤੁਸੀਂ ਵੇਖਿਆ ਹੋਏਗਾ ਕਿ ਕੋਈ ਦੇਖ ਲਓ ਸਾਰਿਆਂ ਨੂੰ ਕਿਸੇ ਨੂੰ ਕੁਝ ਵੀ ਨਹੀਂ ਹੋ ਰਿਹਾ, ਔਰ ਕਿਸੇ ਨੂੰ ਬਹੁਤ ਘੱਟ ਪਰਸੈਂਟ ਲੋਕਾਂ ਨੂੰ ਥੋੜਾ ਬਹੁਤਾ ਸਿੰਪਟਮ ਆਏ, ਮਾੜਾ ਮਾੜਾ ਥਕਾਵਟ ਹੋਈ, ਕਿਸੇ ਨੂੰ ਸਿਰ ਦਰਦ ਹੋਇਆ, ਕਿਸੇ ਨੂੰ ਆਪਣਾ ਥੋੜਾ ਜਿਹਾ ਚੱਕਰ ਆਏ, ਕਿਸੇ ਨੂੰ ਮਸਲ ਪੇਨ ਹੋਇਆ, ਔਰ ਕੁਝ ਨਹੀਂ। ਇਸ ਤੋਂ ਜ਼ਿਆਦਾ ਸਿਵੈਰਿਟੀ ਵਾਲੇ ਸਿੰਪਟਮ ਬਹੁਤ ਹੀ ਘੱਟ ਨੇ ਜਾਂ ਨਾ ਮਾਤਰ ਨੇ। ਇੱਕ ਆਖਰੀ ਸਵਾਲ ਮੈਂ ਲਵਾਂਗਾ, ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਦੂਜੀ ਵੇਵ ਆਈ ਹੈ ਇਹ ਫੈਲਦੀ ਬੜੀ ਤੇਜ਼ੀ ਨਾਲ ਹੈ ਪਰ ਮਾਰਦੀ ਘੱਟ ਹੈ, ਪਹਿਲੇ ਵਾਲੇ ਡੇਂਜਰ ਜ਼ਿਆਦਾ ਹੀ, ਇਦਾਂ ਦਾ ਹੈ? ਨਹੀਂ, ਇਦਾਂ ਦਾ ਕੁਛ ਵੀ ਨਹੀਂਗਾ। ਜੇ ਐਂਟੀਬੋਡੀਜ਼ ਜਿਹੜੀ ਹੈ ਜਿਹਦੇ ਅੰਦਰ ਬਣੀ ਹੋਣਗੀਆਂ ਉਹਨਾਂ ਨੂੰ ਥੋੜਾ, ਕਈ ਵਾਰ ਇਦਾਂ ਹੁੰਦਾ ਕਿ ਜਿਹਦਾ ਲਾਸਟ ਵੇਵ ਆਈ ਸੀ ਉਹਦੇ ਵਿੱਚ ਕਈ ਲੋਕ ਏਸਿਮਟੋਮੈਟਿਕ ਸੀਗੇ ਜਿਨ੍ਹਾਂ ਨੇ ਟੈਸਟ ਨਹੀਂ ਕਰਾਇਆ, ਲੇਕਿਨ ਉਹਨਾਂ ਨੂੰ ਕੋਵਿਡ ਹੋ ਗਿਆ ਸੀਗਾ, ਉਹਦੀ ਵਜ੍ਹਾ ਨਾਲ ਉਹ ਪੋਜ਼ਿਟਿਵ ਹੋ ਗਏ, ਉਹਦੀ ਵਜ੍ਹਾ ਨਾਲ ਉਹਨਾਂ ਦੇ ਅੰਦਰ ਥੋੜੀ ਬਹੁਤ ਇਮਿਊਨਿਟੀ ਡਿਵੈਲਪ ਹੋ ਗਈ। ਤਾਂ ਥੋੜਾ ਬਹੁਤ ਇਹ ਕਹਿ ਸਕਦੇ ਆ ਕਿ ਹਾਂਜੀ ਜੇ ਦੁਬਾਰਾ ਜਿਹੜੇ ਕੇਸਿਸ ਆ ਰਹੇ ਨੇ ਉਹ ਸੀਵੀਅਰਿਟੀ ਆ, ਲੇਕਿਨ ਹਜੇ ਤਾਂ ਸ਼ੁਰੂ ਹੋਈ ਹੈ, ਅਜੇ ਤਾਂ ਵੇਵ ਸ਼ੁਰੂ ਹੋਈ ਹੈ, ਅਜੇ ਤਾਂ ਪੇਸ਼ੈਂਟ ਆਉਣੇ ਸ਼ੁਰੂ ਹੋਏ ਆ, ਬਟ ਕਿੱਥੇ ਜਾ ਕੇ ਰੁਕਦੀ ਹੈ ਦੇਖਣਾ ਪੈਣਾ ਹੈ, ਉਹ ਇੰਪੋਰਟੈਂਟ ਹੈ। ਬਿਲਕੁਲ, ਡਾਕਟਰਾਂ ਨੂੰ ਜਿਹੜਾ ਜੀ ਕਾਫੀ ਸੰਖਿਆ ਦੇ ਪੋਜ਼ਿਟਿਵ ਆਏ, ਡਰਨ ਦੀ ਲੋੜ ਨਹੀਂ ਦਾ ਕਹਿਣਾ ਹੈ, ਬਿਲਕੁਲ ਮਾਈਂਡ ਸਿਮਟਨ ਨੇ ਕਿਉਂਕਿ ਸਾਰਿਆਂ ਨੇ ਵੈਕਸੀਨ ਲਵਾਈ ਹੋਈ ਸੀ। ਦਿਲੋਂ ਕੈਮਰਾਮੈਨ ਲਕਸ਼ ਨਾਲ ਨਿਤਿਨ ਮਾਨ, दैनिक सवेरा टीवी। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। पंडित राधे शर्मा, चमत्कार हुंदे वेखो अपनी अखां दे सामने, 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाह प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।